ਜੀ ਦੋਸਤੋ ਵੈਲਕਮ ਬੈਕ ਟੂ ਨਵ ਟਾਕਸ। ਤੇ ਕੀ ਹਾਲ ਚਾਲ ਆ ਸਾਰਿਆਂ ਦਾ। ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਤੇ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਕਿ ਇੱਕ ਟਰੱਕਿੰਗ ਬਿਜ਼ਨਸ ਨੂੰ ਚਲਾਉਣ ਲਈ ਮਹੀਨੇ ਦਾ ਕਿੰਨਾ ਕੁ ਖਰਚਾ ਆ ਜਾਂਦਾ। ਵੈਸੇ ਤਾਂ ਇਹ ਖਰਚਾ ਹਰੇਕ ਕੰਪਨੀ ਦਾ ਆਪੋ ਆਪਣਾ ਹੁੰਦਾ, ਕਿਉਂਕਿ ਹਰੇਕ ਕੰਪਨੀ ਦੇ ਆਪਣੀ ਇਨਕਮ ਹੈ ਅਤੇ ਆਪਣੀ ਐਕਸਪੈਂਸਿਸ ਹੈਗੇ ਆ। ਪਰ ਅੱਜ ਆਪਾਂ ਤੁਹਾਨੂੰ ਮੋਟਾ ਜਿਹਾ ਇੱਕ ਆਈਡੀਆ ਦੇ ਦੇਣਾ ਆ ਕਿ ਕਿੰਨਾ ਕੁ ਖਰਚਾ ਆ ਜਾਂਦਾ, ਕਿਉਂਕਿ ਆਪਾਂ ਗੱਲ ਕਰਨੀ ਆ ਕਿ ਬਿਜ਼ਨਸ ਸਟਾਰਟ ਕਿੱਦਾਂ ਕਰਨਾ। ਤਾਂ ਸਟਾਰਟਿੰਗ ਦੇ ਵਿੱਚ ਆਪਣੀ ਕੰਪਨੀ ਕੋਈ ਬਹੁਤੀ ਵੱਡੀ ਨਹੀਂ ਹੁੰਦੀ, ਕੋਈ ਇੱਕ ਟਰੱਕ ਤੋਂ ਸ਼ੁਰੂ ਕਰਦਾ ਹੈ, ਕੋਈ 5 ਤੋਂ, ਕੋਈ 10 ਤੋਂ। ਇਹ ਅੱਜ ਜੇ ਮੈਂ ਵੀਡੀਓ ਬਣਾਉਣ ਦਾ ਵੀ ਕਾਰਨ ਇਹੀ ਆ ਕਿਉਂਕਿ ਇਹ ਜਿਹੜੇ ਖਰਚੇ ਉਹ ਚਾਹੇ ਤੁਹਾਡੇ ਕੋਲ ਇੱਕ ਟਰੱਕ ਆ, 2 ਟਰੱਕ ਆ, 5 ਆ ਜਾਂ 10 ਆ, ਇਹ ਮੋਟੇ ਖਰਚੇ ਜਿਹੜੇ ਆ ਉਹ ਸਾਰਿਆਂ ਦੇ ਵਿੱਚ ਤਕਰੀਬਨ ਸੇਮ ਹੁੰਦੇ ਆ। ਸੋ ਅੱਜ ਆਪਾਂ ਗੱਲ ਕਰਾਂਗੇ 5 ਟਰੱਕ ਅਗਰ ਤੁਸੀਂ ਕੰਪਨੀ ਸ਼ੁਰੂ ਕਰਦੇ ਹੋ 5 ਟਰੱਕਾਂ ਨਾਲ, ਅਤੇ ਤੁਹਾਡਾ ਮਹੀਨੇ ਦਾ ਖਰਚਾ ਕਿੰਨਾ ਕੁ ਆ ਜਾਂਦਾ ਆ ਅਤੇ ਤੁਹਾਨੂੰ ਕਿੰਨੇ ਕੁ ਪੈਸੇ ਬਚ ਜਾਂਦੇ ਆ। ਚਲੋ ਜੀ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਅਗਰ ਦੇਖਿਆ ਜਾਵੇ ਕਿ ਔਨ ਐਵਰੇਜ ਇੱਕ ਜਿਹੜਾ ਓਨਰ ਆਪਰੇਟਰ ਆ ਉਹ 18 ਤੋਂ 22-25 ਹਜ਼ਾਰ ਡਾਲਰ ਦਾ ਮਹੀਨੇ ਦਾ ਕੰਮ ਕਰਦਾ ਆ। ਸੋ ਆਪਾਂ 18,000 ਦੇ ਹਿਸਾਬ ਨਾਲ ਇਹ ਕੈਲਕੂਲੇਟ ਕੀਤਾ। ਚਲੋ ਮਿਨੀਮਮ ਤੋਂ ਕੈਲਕੂਲੇਟ ਕਰਕੇ ਦੇਖਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਨੂੰ ਪਤਾ ਆਈਡੀਆ ਹੋ ਜਾਊਗਾ ਕਿ ਆਪਾਂ ਮੈਕਸੀਮਮ ਕਿੰਨਾ ਕੁ ਤੱਕ ਜਾ ਸਕਦੇ ਹਾਂ। ਅਗਰ ਆਪਾਂ ਗੱਲ ਕਰੀਏ ਤਾਂ 5 ਟਰੱਕਾਂ ਨੇ ਆਲਮੋਸਟ 90-92 ਹਜ਼ਾਰ ਦਾ ਕੰਮ ਕੀਤਾ, ਤੁਸੀਂ ਦੇਖ ਸਕਦੇ ਹੋ। ਅਤੇ ਸੇਲਸ ਯਾਨੀ ਕਿ ਜਿਹੜੀ ਡਿਸਪੈਚ ਆਪਾਂ ਨੂੰ ਆਈ ਆ, ਜਿਹੜੀ ਆਪਾਂ ਡਿਸਪੈਚ ਕੱਟੀ ਆ ਓਨਰ ਆਪਰੇਟਰ ਦੀ, ਉਹ 10% ਦੇ ਹਿਸਾਬ ਨਾਲ ਆਪਾਂ ਕੱਟੀ ਆ, ਤਾਂ ਜੋ ਤੁਹਾਨੂੰ ਆਈਡੀਆ ਜਿਹੜਾ ਹੋ ਜਾਵੇ ਵੀ ਕਿੰਨੀ ਇਨਕਮ ਆ ਜਾਂਦੀ ਆ। ਸੋ ਇਹਦੇ ਵਿੱਚ 92 ਹਜ਼ਾਰ ਦਾ ਅਗਰ ਕੰਮ ਕਰਦਾ ਆ ਤਾਂ ਜਿਹੜੀ ਕੰਪਨੀ ਇਨਕਮ ਹੁੰਦੀ ਆ ਉਹ 9282 ਡਾਲਰ ਹੁੰਦੀ ਆ ਮਹੀਨੇ ਦੀ। ਅਤੇ ਉਹਦੇ ਵਿੱਚੋਂ ਫਿਰ ਖਰਚੇ ਸ਼ੁਰੂ ਹੁੰਦੇ ਆ ਜੀ। ਸਭ ਤੋਂ ਪਹਿਲੇ ਖਰਚੇ ਹੁੰਦੇ ਆ ਜੀ ਸੋਫਟਵੇਅਰਸ ਦੇ ਖਰਚੇ। ਉਹ ਚਾਹੇ ਡਿਸਪੈਚ ਦਾ ਸੋਫਟਵੇਅਰ ਹੈਗਾ ਆ, ਉਹ ਚਾਹੇ ਜਿਹੜਾ ਤੁਹਾਡਾ ਲੋਡ ਬੋਰਡਾਂ ਦਾ ਹੈਗਾ ਆ। ਸੋ ਇਸ ਦੇ ਵਿੱਚ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਅਵਾਲ ਸੋਫਟਵੇਅਰ ਆ। ਇਹ ਇੱਕ ਡਿਸਪੈਚ ਸੋਫਟਵੇਅਰ ਹੈਗਾ ਆ, ਅਕਾਊਂਟਿੰਗ ਵੀ ਇਹਦੇ ਵਿੱਚ ਆਉਂਦੀ ਆ, ਅਤੇ ਇਹ ਮੈਨੂੰ ਕੋਸਟ ਕਰਦਾ ਆਲਮੋਸਟ $299.45 ਵਿਦ ਟੈਕਸ ਕਨੇਡੀਅਨ। ਅਤੇ ਸੈਕਿੰਡ ਖਰਚਾ ਜਿਹੜਾ ਆਉਂਦਾ ਜੀ ਉਹ ਟਰਾਂਸਕੋਡ ਲੋਡ ਲਿੰਕ ਦਾ ਆਉਂਦਾ ਹੈਗਾ। ਇਹ ਸਭ ਤੋਂ ਮਹਿੰਗਾ ਸੋਫਟਵੇਅਰ ਹੈਗਾ ਆ। ਅਗਰ ਲੋਡ ਬੋਰਡ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਕੋਸਟ ਕਰਦਾ ਆ $745.80। ਕਿਉਂ ਇਹ ਉਸ ਤੋਂ ਘੱਟ ਵੀ ਕੋਸਟ ਕਰਦਾ ਆ, ਪਰ ਇਹਦੇ ਵਿੱਚ ਮੈਂ ਇੱਕ ਐਡੀਸ਼ਨਲ ਅਕਾਊਂਟ ਲਿਆ ਆ ਕਿ ਮੈਂ ਕਿਤੇ ਬਾਹਰ ਹੋਵਾਂ ਤਾਂ ਮੈਂ ਆਪਣੇ ਫੋਨ ਤੋਂ ਵੀ ਲੋਡ ਲੱਭ ਕੇ ਅਤੇ ਜਿਹੜਾ ਉਹ ਆਪਣੇ ਟਰੱਕਾਂ ਨੂੰ ਦੇ ਸਕਾਂ। ਉਹਦੇ ਬਾਰੇ ਵੀ ਆਪਾਂ ਵੀਡੀਓ ਬਣਾਵਾਂਗੇ ਕਿ ਫੋਨ ਤੋਂ ਲੋਡ ਕਿਵੇਂ ਲੱਭਣਾ ਆ, ਤੁਹਾਨੂੰ ਆਫਿਸ ਵਿੱਚ ਆਉਣ ਦੀ ਵੀ ਜ਼ਰੂਰਤ ਨਹੀਂ ਹੈਗੀ। ਅਤੇ ਉਸ ਤੋਂ ਬਾਅਦ ਜਿਹੜਾ ਖਰਚਾ ਹੈਗਾ ਜੀ ਟਰੱਕ ਸਟਾਪ ਸੋਫਟਵੇਅਰ ਦਾ ਹੈਗਾ ਆ। ਇਹ ਇੱਕ ਔਨਲਾਈਨ ਲੋਡ ਬੋਰਡ ਹੈਗਾ ਆ, ਇਹਦੇ ਬਾਰੇ ਆਪਾਂ ਵੀਡੀਓ ਬਣਾਈ ਹੋਈ ਆ, ਤੁਸੀਂ ਜਾ ਕੇ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ ਕਿ ਕਿੱਦਾਂ ਆਪਾਂ ਘਰੇ ਬੈਠੇ ਇਸ ਤੋਂ ਆਪਾਂ ਲੋਡ ਲੱਭ ਕੇ ਅਤੇ ਆਪਾਂ ਡਿਸਪੈਚ ਕਰ ਸਕਦੇ ਹਾਂ। ਉਸ ਤੋਂ ਬਾਅਦ ਆ ਜਾਂਦੀ ਅਗਰ ਡਿਸਪੈਚਰ ਸੈਲਰੀ। ਅਗਰ ਤੁਸੀਂ ਡਿਸਪੈਚਰ ਰੱਖਿਆ ਕੋਈ, ਅਗਰ ਤੁਸੀਂ ਆਪ ਕੰਮ ਕਰਦੇ ਹੋ ਤਾਂ ਇਹ ਸੈਲਰੀ ਤੁਹਾਨੂੰ ਜਾਊਗੀ। ਅਗਰ ਤੁਸੀਂ ਕੋਈ ਹੋਰ ਡਿਸਪੈਚਰ ਰੱਖਿਆ ਤਾਂ ਇਹ ਸੈਲਰੀ ਉਹਨੂੰ ਜਾ ਸਕਦੀ ਹੈ। ਕਿ ਔਨ ਐਵਰੇਜ ਇੱਕ ਡਿਸਪੈਚਰ ਜਿਹੜਾ ਹੈਗਾ ਜੀ ਮਿਨੀਮਮ 3000 ਦਾ ਕੰਮ ਕਰਦਾ ਹੈਗਾ, ਅਤੇ ਉਹਦੇ ਵਿੱਚੋਂ ਟੈਕਸ ਕੱਟ ਕੇ ਤੁਸੀਂ $2434 ਦਾ ਚੈੱਕ ਉਹਨੂੰ ਬਣਾ ਕੇ ਦਿੰਦੇ ਹੋ। ਉਸ ਤੋਂ ਬਾਅਦ ਇੰਪੋਰਟੈਂਟ ਜਿਹੜਾ ਚੀਜ਼ ਰੋਲ ਪਲੇ ਕਰਦੀ ਹੈ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਹੈਗਾ ਫੋਨ ਅਤੇ ਇੰਟਰਨੈਟ, ਕਿਉਂਕਿ ਸਾਰਾ ਕੰਮ ਫੋਨ ਅਤੇ ਇੰਟਰਨੈਟ ਦੇ ਮਦਦ ਨਾਲ ਹੁੰਦਾ ਹੈ। ਅਤੇ ਉਹ ਇੰਟਰਨੈਟ ਵੀ ਤੁਹਾਨੂੰ ਵਧੀਆ ਲੈਣਾ ਪੈਂਦਾ ਆ, ਅਤੇ ਕਾਲਿੰਗ ਵੀ ਤੁਹਾਨੂੰ ਕੈਨੇਡਾ ਅਮਰੀਕਾ ਵਾਈਜ਼ ਲੈਣੀ ਪੈਂਦੀ ਆ, ਪਲੱਸ ਤੁਹਾਨੂੰ ਫੈਕਸ ਲੈਣਾ ਪੈਂਦਾ ਆ। ਅਤੇ ਇਹਦੇ ਲਈ ਆਪਣਾ ਖਰਚਾ ਆਲਮੋਸਟ $258 ਆ ਜਾਂਦੇ ਆ ਮਹੀਨੇ ਦੇ। ਉਸ ਤੋਂ ਬਾਅਦ ਤੁਹਾਨੂੰ ਅਕਾਊਂਟਸ ਵੀ 2 ਰੱਖਣੇ ਪੈਣੇ ਆ ਬੈਂਕਾਂ ਦੇ ਵਿੱਚ, ਕਨੇਡੀਅਨ ਅਤੇ ਅਮੈਰੀਕਨ, ਕਿਉਂਕਿ ਤੁਹਾਨੂੰ ਕਈ ਵੇਲੇ ਜਿਹੜਾ ਬਰੋਕਰ ਆ ਕਨੇਡੀਅਨ ਪੇ ਕਰਦਾ ਆ, ਕਈ ਵੇਲੇ ਤੁਹਾਨੂੰ US ਪੇ ਕਰਦਾ। ਇੱਦਾਂ ਹੀ ਤੁਹਾਨੂੰ ਡਰਾਈਵਰ ਨੂੰ ਜਦੋਂ ਪੇ ਕਰਨਾ ਤੁਸੀਂ ਕਨੇਡੀਅਨ ਪੇ ਕਰਨਾ ਅਤੇ US ਵੀ ਪੇ ਕਰਨਾ। ਸੋ ਮੇਰੀ ਜਿਹੜੀ ਬੈਂਕਾਂ ਦੀ ਫੀਸ ਹੈਗੀ ਆ ਕਨੇਡੀਅਨ ਅਤੇ US ਦੋਵੇਂ ਅਕਾਊਂਟਾਂ ਦੀ ਉਹ $136.10 ਆਉਂਦੀ ਆ। ਉਸ ਤੋਂ ਬਾਅਦ ਇਹ ਕੰਪਨੀ ਟੈਕਸ ਹੈ, ਇਹ ਸਾਲ ਦੇ ਵਿੱਚ ਇੱਕ ਵਾਰੀ ਭਰ ਹੋਣਾ ਆ, ਪਰ ਮੈਂ ਇਨਕਲੂਡ ਕਰਤਾ ਕਿ ਤੁਹਾਨੂੰ ਪਤਾ ਰਹੇ ਵੀ ਇਹ ਖਰਚਾ ਵੀ ਤੁਹਾਨੂੰ ਪੈਣਾ ਆ। ਸੋ ਇਹ ਕੰਪਨੀ ਦਾ ਟੈਕਸ ਜਿਹੜੀ ਲੀਗਲ ਫੀਸ ਹੈਗੀ ਆ ਉਹ ਤਕਰੀਬਨ 5 ਟਰੱਕਾਂ 'ਤੇ ਦੇਖਿਆ ਜਾਵੇ ਤਾਂ $3085 ਮੈਨੂੰ ਕੋਸਟ ਕਰਦੀ ਆ। ਉਸ ਤੋਂ ਬਾਅਦ ਇਹ ਕੰਟੱਕੀ ਫੀਸ ਆ, ਇਹ ਵੀ ਸਾਲ 'ਚ ਇੱਕ ਵਾਰੀ ਪੈਣੀ ਆ, ਪਰ ਫਿਰ ਵੀ ਉਹੀ ਗੱਲ ਵੀ ਤੁਹਾਨੂੰ ਆਈਡੀਆ ਹੋਵੇ ਵੀ ਇਹ ਖਰਚਾ ਤੁਹਾਨੂੰ ਸਾਲ 'ਚ ਪੈਣਾ ਆ, ਤਾਂ ਮੈਂ ਇੱਥੇ ਇਨਕਲੂਡ ਕਰਤੀ ਆ $434.87। ਉਸ ਤੋਂ ਬਾਅਦ ਨਿਊ ਮੈਕਸੀਕੋ ਦੇ ਪਰਮਿਟ ਹੈਗੇ ਆ, ਇਹ ਵੀ ਸਾਲ 'ਚ ਇੱਕ ਵਾਰੀ ਆਉਣੇ ਹੈਗੇ ਆ। ਉਸ ਤੋਂ ਬਾਅਦ ਹੈਗਾ ਜੀ ਪੇਰੋਲ ਦਾ ਟੈਕਸ, ਜਿਵੇਂ ਕਿ EICPP ਉਹ ਕੱਟ ਹੁੰਦਾ ਆ, ਕੁਛ ਤਾਂ ਜਿਹੜਾ ਉਹ ਡਿਸਪੈਚਰ ਦੀ ਸੈਲਰੀ 'ਚੋਂ ਕੱਟ ਹੁੰਦਾ ਆ, ਕੁਛ ਤੁਹਾਨੂੰ ਪੇ ਕਰਨਾ ਪੈਂਦਾ ਹੈ। ਸੋ ਇਹ $771 ਹੈਗੇ ਆ। ਅਗਰ ਤੁਸੀਂ ਆਪ ਹੀ ਡਿਸਪੈਚ ਕਰਦੇ ਹੋ ਅਤੇ ਆਪਣੇ ਆਪ ਨੂੰ ਪੇ ਕਰਦੇ ਹੋ ਤਾਂ ਤੁਹਾਡੇ ਇਹ ਵੀ ਪੈਸੇ
ਬਚ ਸਕਦੇ ਆ। ਉਸ ਤੋਂ ਬਾਅਦ WSIB ਵਰਕ ਸੇਫਟੀ ਦਾ ਪੈਸੇ ਆ ਜਾਂਦੇ $146। ਅਗਰ ਤੁਸੀਂ ਚਾਹੇ ਕੋਈ ਕਿਸੇ ਨੂੰ ਡਿਸਪੈਚ 'ਤੇ ਰੱਖਿਆ ਜਾਂ ਤੁਹਾਡੇ ਕੋਲ ਕੋਈ ਪੇਰੋਲ 'ਤੇ ਕੰਮ ਕਰ ਰਿਹਾ ਹੈ, ਚਾਹੇ ਨਹੀਂ, ਤੁਹਾਨੂੰ WSIB ਲੈਣਾ ਹੀ ਪਊਗਾ। ਕਿਉਂਕਿ ਕਈ ਬ੍ਰੋਕਰ ਹੈਗੇ ਆ ਜੀ, ਉਹ WSIB ਤੋਂ ਬਿਨਾਂ ਲੋਡ ਨਹੀਂ ਦਿੰਦੇ। ਸੋ ਤੁਹਾਨੂੰ ਇਹ ਜਿਹੜਾ ਖਰਚਾ ਉਹ ਕਰਨਾ ਹੀ ਪੈਣਾ ਆ। ਉਸ ਤੋਂ ਬਾਅਦ ਆ ਜਾਂਦੀ ਡਰਾਈਵਰ ਚੈੱਕ। ਡਰਾਈਵਰ ਚੈੱਕ ਜਿਹੜੀ ਗੌਰਮੈਂਟ ਦੀ ਫੀਸ ਹੈਗੀ ਆ, ਉਹਦੇ ਵਿੱਚ ਅਲਕੋਹਲ ਅਤੇ ਡਰੱਗ ਟੈਸਟ ਦਾ ਜਿਹੜਾ ਹੁੰਦਾ ਆ, ਇਹ ਤਕਰੀਬਨ ਰੈਂਡਮਲੀ ਹੁੰਦਾ ਆ। ਇਹ ਕੋਈ ਮਹੀਨੇ ਦਾ ਫਿਕਸ ਨਹੀਂ ਹੈਗਾ, ਇਹ ਕੋਈ ਸਾਲ ਦਾ ਫਿਕਸ ਨਹੀਂ ਹੈਗਾ। ਜਦੋਂ ਵੀ ਇਹ ਰੈਂਡਮਲੀ ਕੰਪਿਊਟਰ ਜਨਰੇਟ ਕਰਦਾ ਆ ਉਸ ਚੀਜ਼ ਨੂੰ, ਤੁਹਾਨੂੰ ਡਰੱਗ ਟੈਸਟ ਲਈ ਜਾਂ ਅਲਕੋਹਲ ਟੈਸਟ ਲਈ, ਤਾਂ ਇਹ ਫੀਸ ਤੁਹਾਨੂੰ ਪੈ ਜਾਂਦੀ ਹੈ। ਉਸ ਤੋਂ ਬਾਅਦ ਹੈਗਾ ਜੀ ਟ੍ਰੇਲਰ ਰੈਂਟ $115। ਹੁਣ ਤੁਸੀਂ ਪੁੱਛੋਗੇ ਕਿ $115 ਦਾ ਕਿਹੜਾ ਟ੍ਰੇਲਰ ਰੈਂਟ ਹੁੰਦਾ ਆ। ਸੋ ਇੰਸ਼ੋਰੈਂਸ ਪਰਪਸ ਦੇ ਲਈ ਤੁਹਾਨੂੰ ਇੱਕ ਇਕੁਇਪਮੈਂਟ ਉਹ ਕੰਪਨੀ ਦੇ ਨਾਮ 'ਤੇ ਕਰਾਉਣਾ ਪੈਂਦਾ ਹੈਗਾ ਆ, ਕਿਉਂਕਿ ਉਸ ਤੋਂ ਬਿਨਾਂ ਇੰਸ਼ੋਰੈਂਸ ਨਹੀਂ ਹੁੰਦੀ। ਕਿਉਂਕਿ ਆਪਾਂ ਓਨਰ ਆਪਰੇਟਰਸ ਦੀ ਗੱਲ ਕਰ ਰਹੇ ਹਾਂ ਅਤੇ ਸਾਰੇ ਓਨਰ ਆਪਰੇਟਰ ਕੋਲ ਆਪਣੇ ਟ੍ਰੇਲਰ ਹੁੰਦੇ, ਪਰ ਇੱਕ ਟ੍ਰੇਲਰ ਤੁਹਾਨੂੰ ਕੰਪਨੀ ਦੇ ਨਾਮ 'ਤੇ ਰੱਖਣਾ ਪੈਂਦਾ ਹੈ ਇੰਸ਼ੋਰੈਂਸ ਪਰਪਸਿਸ ਲਈ। ਸੋ ਅਗਰ ਤਾਂ ਆਪਾਂ ਟ੍ਰੇਲਰ ਲੈ ਕੇ ਕਿਸੇ ਨੂੰ ਰੈਂਟ 'ਤੇ ਦੇ ਦਿੰਦੇ ਹਾਂ ਤਾਂ ਉਹ $1000 ਤੁਹਾਨੂੰ ਮੋੜਦਾ ਹੈਗਾ ਰੈਂਟ, ਯਾਨੀ ਮਹੀਨੇ ਦਾ। ਅਤੇ ਜਿਹੜੀ EMI ਹੁੰਦੀ ਆ ਉਹ ਤਕਰੀਬਨ $1100-1200 ਹੁੰਦੀ ਹੈ, ਅਤੇ ਜਿਹੜਾ ਡਿਫਰੈਂਸ ਹੁੰਦਾ ਹੈ ਟ੍ਰੇਲਰ ਰੈਂਟ ਦਾ ਉਹ ਤੁਹਾਨੂੰ ਪੇ ਕਰਨਾ ਪੈਂਦਾ ਆ। ਸੋ ਸਾਰੇ ਟੋਟਲ ਖਰਚੇ ਹੋ ਗਏ ਜੀ ਆਪਣੇ $8803.47। ਹੁਣ ਤੁਸੀਂ ਸੋਚੋਗੇ ਯਾਰ 9200 ਦਾ ਕੰਮ ਕੀਤਾ ਸੀਗਾ ਅਤੇ $8800 ਤੱਕ ਖਰਚਾ ਹੋ ਗਿਆ ਅਤੇ $400 ਹੀ ਬਚਿਆ। ਸੋ ਦੋਸਤੋ, ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ 2434 ਵੀ ਤੁਸੀਂ ਘਰੇ ਲਿਜਾ ਸਕਦੇ ਹੋ। ਇਹ ਜਿਹੜੇ $3085 ਹੈ ਉਹ ਵੀ ਇੱਕ ਵਾਰੀ ਪੈਣੇ ਆ, ਉਹ ਵੀ ਤੁਹਾਨੂੰ ਹਰੇਕ ਮਹੀਨੇ ਬਚਣੇ ਆ ਬਾਅਦ ਵਿੱਚ। ਇਹ ਜਿਹੜਾ ਪੇਰੋਲ ਦਾ ਟੈਕਸ ਆ, ਉਹ ਅਗਰ ਤੁਸੀਂ ਆਪ ਕੰਮ ਕਰਦੇ ਹੋ, ਇਹ ਵੀ ਤੁਹਾਨੂੰ ਬਚਣੇ ਆ। ਸੋ ਤਕਰੀਬਨ ਤੁਹਾਨੂੰ $6000-7000 ਇੱਦਾਂ ਸਿੱਧਾ ਭੱਜ ਜਾਣਾ। ਹੁਣ ਇੱਥੇ ਆਪਾਂ ਗੱਲ ਕੀਤੀ ਆ 5 ਟਰੱਕ ਦੀ। ਅਗਰ ਤੁਸੀਂ ਇੱਕ ਟਰੱਕ 'ਤੇ ਵੀ ਕਰੋਗੇ ਤਾਂ ਤੁਹਾਡਾ ਖਰਚਾ ਇਹ ਸੇਮ ਹੀ ਆਊਗਾ, ਤੁਹਾਨੂੰ ਇੰਨਾ ਹੀ ਖਰਚਾ ਪਊਗਾ। ਤੁਸੀਂ 10 ਟਰੱਕ 'ਤੇ ਲੈ ਜਾਂਦੇ ਆ ਤਾਂ ਤੁਹਾਨੂੰ ਸੇਮ ਹੀ ਖਰਚਾ ਆਊਗਾ, ਪਰ ਅਗਰ ਤੁਸੀਂ 10 ਟਰੱਕ 'ਤੇ ਲੈ ਜਾਂਦੇ, ਤੁਹਾਡੀ ਜਿਹੜੀ ਸੇਲ ਆ, ਤੁਹਾਡੀ ਡਿਸਪੈਚ ਇਨਕਮ ਆ, ਉਹ ਡਬਲ ਹੋ ਜਾਊਗੀ, 18000 ਹੋ ਜਾਊਗੀ। ਜਿੱਥੇ ਤੁਹਾਨੂੰ 6000 ਬਚਦਾ ਸੀ ਉੱਥੇ ਤੁਹਾਨੂੰ 12000 ਬਚੂਗਾ। ਅਗਰ ਤੁਸੀਂ 15 'ਤੇ ਲੈ ਜਾਂਦੇ ਹੋ ਤਾਂ ਤੁਸੀਂ ਦੇਖ ਲਓ ਜੀ 6000 ਹੋਰ ਬਚ ਜਾਣਾ ਤੁਹਾਨੂੰ। ਸੋ 18000 ਹੋ ਜਾਣਾ। ਸੋ ਕਹਿਣ ਦਾ ਭਾਵ ਆ ਕਿ ਅਗਰ ਤੁਸੀਂ ਆਪਣੀ ਕੰਪਨੀ ਖੋਲ੍ਹਦੇ ਹੋ ਤਾਂ ਉਹਦੇ ਵਿੱਚ ਗਰੋਥ ਬਹੁਤ ਆ। ਅਗਰ ਤੁਸੀਂ ਸਿਰਫ ਇੱਕ ਟਰੱਕ ਡਰਾਈਵਰ ਜਾਂ ਇੱਕ ਓਨਰ ਆਪਰੇਟਰ ਤੱਕ ਹੋ ਤਾਂ ਉੱਥੇ ਇੱਕ ਗਰੋਥ ਨਹੀਂ ਹੈਗੀ। ਡਰਾਈਵਰ ਤੁਸੀਂ ਲੱਗ ਜਾਂਦੇ ਹੋ, ਤੁਸੀਂ ਕਿਸੇ ਦਾ ਟਰੱਕ ਚਲਾਉਂਦੇ ਹੋ ਤਾਂ ਤੁਸੀਂ ਔਨ ਐਵਰੇਜ ਕਹਿ ਲਓ ਵੀ $4 ਜਾਂ $5000 ਲੈ ਆਉਂਦੇ। ਅਗਰ ਤੁਸੀਂ ਓਨਰ ਆਪਰੇਟਰ ਹੈਗੇ ਆ ਤਾਂ 7 ਤੋਂ 8000, ਕੋਈ 10000 ਵੀ ਘਰ ਨੂੰ ਲੈ ਆਊਗਾ। ਪਰ ਤੁਸੀਂ 10000 'ਤੇ ਸੀਮਿਤ ਹੋ ਅਤੇ ਅਗਰ ਤੁਹਾਡਾ ਟਰੱਕ ਖਰਾਬ ਹੋ ਜਾਂਦਾ ਤਾਂ ਤੁਹਾਡੀ ਦਿਹਾੜੀ ਟੁੱਟਦੀ ਆ, ਤੁਹਾਨੂੰ ਪੱਲਿਓਂ ਪੈਸੇ ਲਾਉਣੇ ਪੈਂਦੇ ਆ। ਸੋ ਇਹ ਚੀਜ਼ਾਂ ਸਾਰੀਆਂ ਫੈਕਟਰ ਕਰਦੀਆਂ। ਅਗਰ ਤੁਸੀਂ ਕੰਪਨੀ ਖੋਲ੍ਹਦੇ ਹੋ, ਓਨਰ ਆਪਰੇਟਰ ਰੱਖਦੇ ਹੋ, ਤੁਹਾਡਾ ਆਪਣਾ ਖਰਚਾ ਕੋਈ ਨਹੀਂ ਸਿਰਫ ਸਿਵਾਏ ਸੋਫਟਵੇਅਰਾਂ ਤੋਂ, ਤਾਂ ਤੁਸੀਂ ਜਿੰਨੀ ਮਰਜ਼ੀ ਗਰੋਥ ਕਰ ਸਕਦੇ ਹੋ। ਸੋ ਦੋਸਤੋ, ਇੱਥੇ ਆਪਾਂ ਫਿਨਿਸ਼ ਕਰਦੇ ਹਾਂ ਇਸ ਵੀਡੀਓ ਨੂੰ। ਅਗਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਮੈਂ ਟਰਾਈ ਕਰੂੰਗਾ ਕਿ ਉਸ ਦਾ ਵੀਡੀਓ ਬਣਾ ਕੇ ਤੁਹਾਨੂੰ ਆਨਸਰ ਦੇਵਾਂ। ਅਤੇ ਤੁਸੀਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ, ਮੈਨੂੰ ਹੈਲਪ ਹੋ ਜਾਊਗੀ। ਮੈਨੂੰ ਪਤਾ ਲੱਗ ਜਾਊਗਾ ਕਿ ਤੁਹਾਨੂੰ ਜਿਹੜਾ ਮੇਰਾ ਕੰਟੈਂਟ ਆ ਚੰਗਾ ਲੱਗ ਰਿਹਾ, ਤਾਂ ਮੈਂ ਹੋਰ ਵੀਡੀਓ ਲੈ ਕੇ ਆਊਂਗਾ ਤਾਂ ਜੋ ਤੁਹਾਨੂੰ ਸਾਰੀ ਇਨਫੋਰਮੇਸ਼ਨ ਟਰੱਕਿੰਗ ਇੰਡਸਟਰੀ ਦੇ ਰਿਲੇਟਡ ਦੇ ਸਕਾਂ। ਸੋ ਪਲੀਜ਼ ਸਬਸਕ੍ਰਾਈਬ, ਸ਼ੇਅਰ, ਲਾਈਕ, ਕਮੈਂਟ। ਥੈਂਕ ਯੂ ਦੋਸਤੋ।